लर्न पंजाबी विद जगजीत सर इस चैनल विच आप सब का एक बार फिर स्वागत है। इस तो पहला वीडियो आप जी देखो, मैं आपको बेनती करता हाँ कि नवीं वीडियो समय सिर प्राप्त करने लिए साडे चैनल को सबसक्राइब करो, नाल ही बैल आइकॉन के बटन को दबाओ। जेकर यह वीडियो आपको पसंद आए तो लाइक करो तो इस वीडियो को होरां नाल वध तों वध शेयर करो। ਹੁਣ ਅਸੀਂ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਬਾਰੇ ਲੜੀਵਾਰ ਚਰਚਾ ਕਰਦੇ ਹਾਂ। ਜਿੱਦਾਂ ਕਿ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ, ਭਾਸ਼ਾ ਅਧਿਆਪਨ ਇੱਕ ਕਲਾ ਹੈ, ਐਸੀ ਕਲਾ ਕਿ ਜਿਸ ਵਿੱਚ ਬੜੇ ਸੁੰਦਰ ਤਰੀਕੇ ਨਾਲ ਬੱਚੇ ਦੀਆਂ ਪ੍ਰਵਿਰਤੀਆਂ, ਬੱਚੇ ਦੀਆਂ ਰੁਚੀਆਂ, ਬੱਚੇ ਦੀ ਸਮਰੱਥਾ ਉਹਦੀ ਕੈਪੈਸਿਟੀ, ਉਸ ਤੋਂ ਇਲਾਵਾ ਬੱਚੇ ਦੀ ਵਿਅਕਤੀਗਤ ਭਿੰਨਤਾਵਾਂ ਦਾ ਧਿਆਨ ਰੱਖ ਕੇ ਇੰਨੀ ਵੱਡੀ ਜਮਾਤ ਵਿੱਚ ਵੱਖ-ਵੱਖ ਸੈਗਮੈਂਟ ਦਾ ਮਤਲਬ ਵੱਖ-ਵੱਖ ਰੁਚੀਆਂ, ਵੱਖ-ਵੱਖ ਪ੍ਰਤਿਭਾਵਾਂ ਵਾਲੇ ਬੱਚੇ ਨੇ, ਅਸੀਂ ਉਹਨਾਂ ਸਭ ਨੂੰ ਕਲੈਕਟਿਵਲੀ ਲੈ ਕੇ ਇੱਕ ਚੈਪਟਰ, ਇੱਕ ਪਾਠ, ਇੱਕ ਨੁਕਤੇ ਦਾ ਪ੍ਰਸਾਰ ਕਰਨਾ ਬੱਚਿਆਂ ਤੱਕ, ਉਸ ਨੂੰ ਪ੍ਰੇਸ਼ਿਤ ਕਰਨਾ, ਉਸ ਨੂੰ ਬੱਚੇ ਦੇ ਦਿਮਾਗ ਤੱਕ ਪਾਉਣਾ ਹੈ। ਇਸ ਲਈ ਸਾਨੂੰ ਇਹ ਸਿਧਾਂਤਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਹੁਣੀ ਅਸੀਂ ਕੀਤੀ ਹੈ ਵੀ ਭਾਸ਼ਾ ਅਧਿਆਪਨ ਦਾ ਰੁਚੀ ਦਾ ਸਿਧਾਂਤ। ਰੁਚੀ ਦਾ ਸਿਧਾਂਤ ਕੀ ਹੈ ਵੀ ਵਿਸ਼ਾ ਜਾਂ ਕਾਰਜ, ਜੋ ਵੀ ਉੱਥੇ ਲੈਸਨ ਪਲਾਨ ਹੈ ਜਾਂ ਜੋ ਵੀ ਤੁਹਾਡਾ ਵਿਸ਼ਾ, ਜੋ ਵੀ ਤੁਹਾਡਾ ਟਾਪਿਕ, ਜੋ ਵੀ ਤੁਹਾਡਾ ਲੈਸਨ ਹੈ, ਉਹ ਰੁਚੀਕਰ ਹੋਵੇ, ਉਹ ਇੰਟਰਸਟਿੰਗ ਹੋਵੇ, ਜੋ ਉਸ ਦੀਆਂ ਜਮਾਂਦਰੂ ਇੱਛਾਵਾਂ ਨੂੰ ਸੰਤੁਸ਼ਟ ਕਰ ਸਕਦਾ ਹੋਵੇ। ਬੱਚੇ ਦੀਆਂ ਜਮਾਂਦਰੂ ਇੱਛਾਵਾਂ ਨੇ, ਕੁਝ ਬੱਚੇ ਪਲੇਫੁਲ ਹੁੰਦੇ ਆ, ਬਹੁਤ ਖੇਲਦੇ ਆ, ਕੁਝ ਬੱਚੇ ਰੀਡਿੰਗ ਕਰਨਾ ਚਾਹੁੰਦੇ ਆ, ਉਹ ਪੜ੍ਹ ਕੇ ਗਿਆਨ ਲੈਣਾ ਚਾਹੁੰਦੇ ਆ, ਕੁਝ ਬੱਚੇ ਚੀਜ਼ਾਂ ਇਕੱਠੀਆਂ ਕਰਨ ਦਾ ਜਿਹੜਾ ਉਹਨਾਂ ਨੂੰ ਝੱਸ ਹੁੰਦਾ, ਉਸ ਨੂੰ ਰੁਚੀ ਹੁੰਦੀ ਹੈ। ਅਤੇ ਅਸੀਂ ਰੁਚੀ ਦੇ ਸਿਧਾਂਤ ਨੂੰ ਅਪਣਾ ਕੇ ਆਪਣਾ ਜੋ ਲੈਸਨ ਪਲਾਨ ਹੈ, ਆਪਣਾ ਜੋ ਪਾਠ ਦਾ ਉਦੇਸ਼ ਹੈ, ਉਸ ਨੂੰ ਪੂਰਾ ਕਰਨਾ ਹੈ। ਔਰ ਬੱਚੇ ਦੀ ਇੱਕ ਰੁਚੀ ਨਹੀਂ ਹੈ, ਜੇ ਉੱਥੇ 40 ਬੱਚੇ ਨੇ ਅਤੇ 40 ਰੁਚੀਆਂ ਤੁਹਾਡੇ ਸਾਹਮਣੇ ਜਿਹੜੀਆਂ ਨਾ ਉਹ ਪ੍ਰਤੱਖ ਖੜੀਆਂ ਨੇ, ਅਸੀਂ ਉਹਨਾਂ ਸਭ ਨੂੰ ਸਮਾਵੇਸ਼ ਕਰਕੇ, ਇਕੱਠਾ ਕਰਕੇ, ਕਲੈਕਟਿਵ ਕਰਕੇ ਅਸੀਂ ਫਿਰ ਉਹਨਾਂ ਦੇ ਹਿਸਾਬ ਨਾਲ ਆਪਣਾ ਲੈਸਨ ਜਿਹੜਾ ਹੈ ਉਹ ਅਸੀਂ ਬੱਚਿਆਂ ਤੱਕ ਪਹੁੰਚਾਉਣਾ ਹੈ। ਇੱਥੇ ਹੈ ਜੋ ਵਿਸ਼ਾ ਹੈ, ਜੋ ਕਾਰਜ ਹੈ, ਉਹ ਰੁਚੀਕਰ ਹੋਵੇ, ਜੋ ਬੱਚੇ ਦੀ ਜਮਾਂਦਰੂ ਇੱਛਾਵਾਂ ਨੂੰ ਸੰਤੁਸ਼ਟ ਕਰ ਸਕਦਾ ਹੋਵੇ। ਇਸ ਦਾ ਮਤਲਬ ਹੈ ਪੰਜਾਬੀ ਜੋ ਪਾਠ ਸਮੱਗਰੀ ਹੈ ਨਾ, ਉਹ ਮਨੋਵਿਗਿਆਨਿਕ ਤੱਥਾਂ 'ਤੇ ਆਧਾਰਿਤ ਹੋਵੇ। ਮਨੋਵਿਗਿਆਨ ਦਾ ਮਤਲਬ ਬੱਚੇ ਦੇ ਮਨ ਵਿੱਚ, ਬੱਚੇ ਦੇ ਅੰਦਰ, ਉਸਦੇ ਅਨਕੌਂਸ਼ੀਅਸ ਕੀ ਚੱਲ ਰਿਹਾ, ਅਸੀਂ ਉਹਨਾਂ ਸਾਰੀਆਂ ਰਿਕੁਆਇਰਮੈਂਟ ਨੂੰ ਧਿਆਨ ਵਿੱਚ ਰੱਖਣਾ ਹੈ। ਸਾਡੇ ਜਿਹੜੇ ਲੈਸਨ ਪਲਾਨ ਨੇ, ਪੰਜਾਬੀ ਪਾਠ ਸਮੱਗਰੀ ਹੈ, ਇਸ ਮਨੋਵਿਗਿਆਨਿਕ ਤੱਥ 'ਤੇ ਆਧਾਰਿਤ ਹੋਵੇ, ਜਿਹੜਾ ਕਿ ਰੁਚੀ ਦਾ ਸਿਧਾਂਤ ਉਸਦਾ ਮੂਲ ਆਧਾਰ ਬਣੇ। ਦੂਜਾ ਜਿਹੜਾ ਸਿਧਾਂਤ ਹੈ ਭਾਸ਼ਾ ਅਧਿਆਪਨ ਦਾ, ਉਹ ਹੈ ਮੋਟੀਵੇਸ਼ਨ ਦਾ ਸਿਧਾਂਤ, ਯਾਨੀ ਅਭਿਪ੍ਰੇਰਣਾ। ਹਿੰਦੀ ਦਾ ਸ਼ਬਦ ਹੈ ਅਭਿਪ੍ਰੇਰਣਾ ਯਾਨੀ ਮੋਟੀਵੇਸ਼ਨ ਦਾ ਸਿਧਾਂਤ। ਜੇ ਅਸੀਂ ਪਿਛਲੇ ਲੈਕਚਰ ਦਾ ਹੁੱਕ ਦੀ ਗੱਲ ਕੀਤੀ ਸੀ ਵੀ ਟੀਚਰ ਕਲਾਸ 'ਚ ਗਿਆ, ਉਸਦੀ ਤਿਆਰੀ ਨਹੀਂ ਹੈ, ਉਹਨੂੰ ਮੋਟੀਵੇਟ ਕਰਨਾ ਨਹੀਂ ਆਉਂਦਾ। ਉਹਦਾ ਬਹੁਤ ਸੁੰਦਰ ਲੈਕਚਰ ਹੈ, ਬਹੁਤ ਜ਼ਿਆਦਾ ਪੜ੍ਹਿਆ ਹੋਇਆ ਹੈ, ਬਹੁਤ ਜ਼ਿਆਦਾ ਉਹਨੇ ਸਭ ਕੁਝ ਕੀਤਾ ਹੈ, ਪਰੰਤੂ ਜੇ ਉਸਨੂੰ ਅਭਿਪ੍ਰੇਰਿਤ ਯਾਨੀ ਮੋਟੀਵੇਟ ਕਰਨ ਦਾ ਤਰੀਕਾ ਨਹੀਂ ਆਉਂਦਾ ਅਤੇ ਉਸ ਦਾ ਪੜ੍ਹਿਆ ਪੜ੍ਹਾਇਆ ਅਧਿਆਪਕ ਬਣਿਆ ਬਿਲਕੁਲ ਬੇਕਾਰ ਹੈ। ਜ਼ਿਆਦਾਤਰ ਸਫਲ ਉਹ ਟੀਚਰ ਹੁੰਦੇ ਹੈ, ਉਹ ਅਧਿਆਪਕ ਹੁੰਦੇ ਹੈ ਜਿਹੜੇ ਕਿ ਕਲਾਸ ਵਿੱਚ ਜਾ ਕੇ ਇੱਕ ਮੋਟੀਵੇਸ਼ਨਲ ਮਾਹੌਲ ਬਣਾ ਲੈਂਦੇ ਆ। ਬੱਚੇ ਇੱਕਦਮ ਕਹਿੰਦੇ ਵੀ ਇਹ ਟੀਚਰ ਆਵੇ, ਉਹਨੂੰ ਵਿਸ਼ ਕਰਦੇ ਆ, ਉਹਦੇ ਆਉਣ ਨੂੰ ਜਿਹੜਾ ਉਹ ਵੈਲਕਮ ਕਰਦੇ ਆ। ਇਹਦਾ ਮਤਲਬ ਉਸ ਟੀਚਰ ਨੂੰ ਬੱਚਿਆਂ ਨੂੰ ਅਭਿਪ੍ਰੇਰਿਤ ਕਰਨ ਦਾ ਬਹੁਤ ਸੁੰਦਰ ਜਿਹੜਾ ਉਹ ਗਿਆਨ ਹੈ। ਇਸ ਕਰਕੇ ਅਸੀਂ ਸਿਧਾਂਤ ਦੀ ਗੱਲ ਕਰ ਰਹੇ ਹਾਂ, ਅਭਿਪ੍ਰੇਰਣਾ ਦਾ ਸਿਧਾਂਤ। ਪਾਠ ਸਮੱਗਰੀ ਦੀ ਪੇਸ਼ਕਾਰੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜੋ ਤੁਹਾਡਾ ਲੈਸਨ ਪਲਾਨ ਹੈ, ਜੋ ਤੁਹਾਡੀ ਪਾਠ ਪੇਸ਼ਕਾਰੀ ਹੈ, ਪੜ੍ਹਾਉਣ ਦਾ ਜਿਹੜਾ ਤੁਹਾਡਾ ਉਦੇਸ਼ ਹੈ, ਇਸ ਤਰ੍ਹਾਂ ਦੀ ਪੇਸ਼ਕਾਰੀ ਹੋਣੀ ਚਾਹੀਦੀ ਹੈ ਕਿ ਬੱਚਿਆਂ ਵਿੱਚ ਜਾਣਨ ਦੀ ਜਿਗਿਆਸਾ, ਈਗਰਨੈਸ ਉਸ ਸਮੇਂ ਉਤਪੰਨ ਹੋ ਜਾਏ ਔਰ ਬੱਚੇ ਧਿਆਨ ਨਾਲ ਬੈਠ ਕੇ ਆਪਣੀਆਂ ਸਾਰੀਆਂ ਇੰਦਰੀਆਂ ਲਾ ਕੇ, ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਯਾਨੀ ਬੱਚੇ ਦੀਆਂ ਅੱਖਾਂ, ਬੱਚੇ ਦੇ ਕੰਨ ਔਰ ਇਹ ਜੋ ਸ਼ਰਵਣ ਔਰ ਜੋ ਦ੍ਰਿਸ਼ ਹੈ, ਉਹ ਦੋਨੋਂ ਜੋ ਗਿਆਨ ਇੰਦਰੀਆਂ ਉਹ ਟੀਚਰ ਦੇ ਵੱਲ ਹੋਣੀਆਂ ਚਾਹੀਦੀਆਂ। ਉਹ ਤਾਂ ਹੋਣਗੀਆਂ ਜੇ ਬੱਚੇ ਨੂੰ ਮੋਟੀਵੇਟ ਕਰਨ ਦਾ ਵੱਲ, ਕਲਾ, ਉਹ ਟੀਚਰ ਨੂੰ ਆਉਂਦੀ ਹੈ, ਅਧਿਆਪਕ ਨੂੰ ਆਉਂਦੀ ਹੈ, ਅਤੇ ਉਹਨਾਂ ਦੇ ਵਿੱਚ ਜਿਗਿਆਸਾ ਉਤਪੰਨ ਕਰ ਸਕਦਾ ਹੋਵੇ। ਅਤੇ ਸਿੱਖਿਆ ਜੋ ਹੈ ਉਹ ਮੋਟੀਵੇਸ਼ਨ ਦੇ ਸਿਧਾਂਤ 'ਤੇ ਹੀ ਉਸਰੀ ਹੋਈ ਹੈ। ਇਸ ਕਰਕੇ ਸਫਲ ਅਧਿਆਪਕ ਉਹ ਨੇ ਜਿਹੜੇ ਮੋਟੀਵੇਸ਼ਨ ਨੂੰ ਆਪਣੀ ਕਲਾਸ ਵਿੱਚ, ਆਪਣੇ ਅਧਿਆਪਨ ਦਾ ਮੂਲ ਆਧਾਰ ਬਣਾ ਕੇ ਰੁਚੀ ਦਾ ਧਿਆਨ ਰੱਖਦੇ ਨੇ। ਤੀਜਾ ਸਿਧਾਂਤ ਸਾਡਾ ਹੈ ਸੁਭਾਵਿਕਤਾ ਦਾ ਸਿਧਾਂਤ। ਸਹਿਜ ਸੁਭਾਅ। ਬੱਚੇ
ਜਮਾਤ ਵਿੱਚ, ਬੱਚੇ ਸਮਾਜ ਵਿੱਚ, ਬੱਚੇ ਪਰਿਵਾਰ ਵਿੱਚ ਸਹਿਜ ਸੁਭਾਅ ਕਈ ਕੁਝ ਸਿੱਖਦੇ ਨੇ। ਉਹ ਸੁਭਾਵਿਕਤਾ ਦਾ ਸਿਧਾਂਤ ਹੈ, ਯਾਨੀ ਜਿਸ ਨੂੰ ਸਿਖਾਉਣ ਲਈ ਬੱਚੇ ਨੂੰ ਜ਼ੋਰ ਨਹੀਂ ਪਾਉਣਾ ਪੈਂਦਾ। ਜਦੋਂ ਅਸੀਂ ਦੇਖਦੇ ਹਾਂ 6 ਮਹੀਨੇ ਦਾ ਬੱਚਾ, 9 ਮਹੀਨੇ ਦਾ ਬੱਚਾ, 1 ਸਾਲ ਦਾ ਬੱਚਾ, ਜਿਸ ਨੂੰ ਬੋਲਣਾ ਵੀ ਨਹੀਂ ਆਉਂਦਾ, ਜੋ ਸਿਰਫ ਦੁੱਧ ਤੇ ਹੀ ਪਲਦਾ ਹੈ, ਉਸ ਨੂੰ ਮੋਬਾਈਲ ਤੇ ਉਂਗਲਾਂ ਚਲਾਉਣੀਆਂ ਆਉਂਦੀਆਂ, ਉਸ ਨੂੰ ਟੀਵੀ ਦਾ ਰਿਮੋਟ ਕੰਟਰੋਲ ਕਰਨਾ ਆਉਂਦਾ। ਇਹਦਾ ਮਤਲਬ ਉਹਦੀ ਸਹਿਜ ਸੁਭਾਅ ਬਿਰਤੀ ਹੈ ਕਿ ਉਹ ਚੀਜ਼ਾਂ ਨੂੰ ਬਿਨਾਂ ਕੁਝ ਵਿਸ਼ੇਸ਼ ਸਿਖਲਾਈ ਦੇ ਚੀਜ਼ਾਂ ਨੂੰ ਸਹਿਜੇ ਹੀ ਉਹ ਆਪਰੇਟ ਯਾਨੀ ਚਲਾ ਸਕਦਾ ਹੈ। ਇਸ ਨੂੰ ਅਸੀਂ ਸੁਭਾਵਿਕਤਾ ਦਾ ਸਿਧਾਂਤ, ਸਹਿਜ ਸੁਭਾਅ ਦਾ ਸਿਧਾਂਤ ਕਹਿੰਦੇ ਹਾਂ। ਵੀ ਜੋ ਭਾਸ਼ਾ ਰਾਹੀਂ ਸਿੱਖਦਾ ਹੈ, ਇਹਦਾ ਮਤਲਬ ਪਹਿਲੇ ਬੱਚਾ ਆਪਣੇ ਪਰਿਵੇਸ਼ ਤੋਂ, ਆਪਣੇ ਮਾਹੌਲ ਤੋਂ ਭਾਸ਼ਾ ਸਿੱਖਦਾ ਹੈ, ਪਰੰਤੂ ਉਸ ਤੋਂ ਬਾਅਦ ਜਿਤਨੇ ਵੀ ਗਿਆਨ ਹੈ ਉਹ ਸਾਰੀ ਉਸ ਭਾਸ਼ਾ ਦੇ ਆਧਾਰ ਤੇ ਸਿੱਖਦਾ ਹੈ। ਮੇਰੀ ਮਾਂ ਬੋਲੀ ਪੰਜਾਬੀ ਹੈ, ਸਭ ਤੋਂ ਪਹਿਲੇ ਮੈਂ ਮਾਂ ਬੋਲੀ ਸਿੱਖੀ, ਸੁਭਾਵਿਕ ਤੌਰ ਤੇ ਸਿੱਖੀ, ਆਪਣੀ ਮਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਦੇਖ ਕੇ ਸਿੱਖੀ। ਹੁਣ ਜ਼ਿੰਦਗੀ ਦੇ ਜਿਤਨੇ ਵੀ ਗਿਆਨ ਮੈਂ ਅੰਗਰੇਜ਼ੀ ਦੇ ਲਏ, ਹਿੰਦੀ ਦੇ ਲਏ, ਉਹ ਸਾਰੇ ਉਸੇ ਮਾਤ ਭਾਸ਼ਾ ਤੇ ਆਧਾਰ ਸਨ, ਕਿਉਂਕਿ ਉਹ ਸੁਭਾਵਿਕਤਾ ਤੋਂ ਹੀ ਮੈਂ ਗ੍ਰਹਿਣ ਕੀਤੀ ਹੈ। ਇਸ ਕਰਕੇ ਭਾਸ਼ਾ ਰਾਹੀਂ ਸਿੱਖਦਾ ਬੱਚਾ। ਬੱਚੇ ਨੂੰ ਕੁਦਰਤ ਨੇ ਬੋਲਣ ਕਲਾ ਸਿਖਾਈ ਹੈ, ਸਹਿਜ ਸੁਭਾਅ ਸਿਖਾਈ ਹੈ, ਔਰ ਭਾਸ਼ਾ ਨੇ ਉਸ ਨੂੰ ਗਿਆਨ ਦਿੱਤਾ ਹੈ। ਬੱਚੇ ਨੇ ਬੋਲਣ ਕਲਾ ਕੁਦਰਤ ਤੋਂ ਸਿੱਖੀ ਹੈ, ਔਰ ਜਦੋਂ ਉਹਨੇ ਬੋਲਣ ਕਲਾ ਸਿੱਖ ਲਈ, ਭਾਸ਼ਾ ਅਡਾਪਟ ਕਰ ਲਈ, ਭਾਸ਼ਾ ਗ੍ਰਹਿਣ ਕਰ ਲਈ, ਫਿਰ ਭਾਸ਼ਾ ਤੋਂ ਉਸਨੇ ਗਿਆਨ ਪ੍ਰਾਪਤ ਕੀਤਾ। ਇਹ ਜੋ ਸੁਭਾਵਿਕਤਾ ਦਾ ਸਿਧਾਂਤ ਹੈ, ਭਾਸ਼ਾ ਦਾ ਜੋ ਗਿਆਨ ਹੈ, ਇਹ ਉਸਦੀ ਕੁਦਰਤ ਦੀ ਦਾਤ ਹੈ। ਕੁਦਰਤ ਦੀ ਦਾਤ ਦਾ ਮਤਲਬ ਹੈ ਕਿ ਜੋ ਬੱਚਾ ਹੈ ਲਿਸਨਿੰਗ ਕਰ ਰਿਹਾ ਹੈ, ਉਹ ਸਪੀਕਿੰਗ ਕਰ ਰਿਹਾ ਹੈ, ਉਹ ਰੀਡ ਕਰ ਰਿਹਾ ਹੈ, ਔਰ ਆਖਿਰ 'ਚ ਰਾਈਟ ਕਰ ਰਿਹਾ ਹੈ। ਯਾਨੀ ਸੁਣਨਾ, ਬੋਲਣਾ, ਪੜ੍ਹਨਾ ਔਰ ਲਿਖਣਾ, ਇਹ ਉਸਦੀ ਸਹਿਜ ਸੁਭਾਅ ਚਾਲ ਵਿੱਚ ਇਹ ਜੋ ਚਾਰੋਂ ਕੰਮ ਨੇ ਭਾਸ਼ਾ ਅਧਿਆਪਨ ਦੇ, ਭਾਸ਼ਾ ਦੇ ਸਿੱਖਣ ਦੇ, ਉਹ ਸਾਰੇ ਕੰਮ ਸੁਣਨ ਦਾ, ਬੋਲਣ ਦਾ, ਪੜ੍ਹਨ ਦਾ ਔਰ ਲਿਖਣ ਦਾ, ਇਹ ਜੋ ਸਾਰੇ ਕਾਰਜ ਸੁਭਾਵਿਕਤਾ ਵਾਲੇ ਕਾਰਜ ਹੈ। ਔਰ ਇਸ ਵਿੱਚ ਇਹ ਧਿਆਨ ਰੱਖਣਾ ਜ਼ਰੂਰੀ ਹੈ ਵੀ ਬੱਚੇ ਦੀ ਉਚਾਰਨ ਸ਼ੁੱਧੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚਾ ਭਾਵੇਂ ਉਸ ਨੂੰ ਸੁਣੇ, ਭਾਵੇਂ ਉਸ ਨੂੰ ਬੋਲੇ, ਭਾਵੇਂ ਉਸ ਨੂੰ ਰੀਡ ਕਰੇ, ਪੜ੍ਹੇ, ਜਾਂ ਫਿਰ ਆਖਿਰ 'ਚ ਉਸ ਨੂੰ ਲਿਖੇ, ਉਸ ਵਿੱਚ ਸ਼ੁੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਹ ਸਹਿਜ ਸੁਭਾਵਕ, ਇਹ ਸ਼ੁੱਧਤਾ ਉਸਦੇ ਮਨ ਦੇ ਅੰਦਰ, ਜਿੱਦਾਂ ਮੈਂ ਪਹਿਲੇ ਵੀ ਦੱਸਿਆ, ਜਦੋਂ ਬੱਚਾ ਬਚਪਨ ਤੋਂ ਆਪਣੀ ਮਾਂ ਕੋਲੋਂ ਸਿੱਖਦਾ ਹੈ, ਜੇ ਮਾਂ ਦੀ ਬੋਲੀ ਵਿੱਚ ਤਰੁਟੀ ਹੈ, ਦੋਸ਼ਪੂਰਨ ਹੈ ਮਾਂ ਦੀ ਬੋਲੀ, ਉਹਦੇ ਸ਼ਬਦਾਂ ਦਾ ਚੁਣਾਵ, ਉਹਦੇ ਇਹ ਹਿੱਸਾ ਜੋ ਹੈ ਮਾਂ ਦਾ, ਇਹ ਮੰਨ ਲਓ ਦੋਸ਼ਪੂਰਨ ਹੈ, ਉਹਦੀਆਂ ਹੱਡੀਆਂ ਦੀ ਬਣਾਵਟ ਸਹੀ ਨਹੀਂ ਹੈ, ਔਰ ਜਿੱਦਾਂ ਉਹ ਗੁਣਗੁਣਾ ਕੇ ਬੋਲਦੀ ਹੈ ਜਾਂ ਅਟਕ ਕੇ ਬੋਲਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ, ਔਰ ਬੱਚਾ ਉਸ ਨੂੰ ਫੋਲੋ ਕਰਦਾ ਉਹ ਜੋ ਐਕਸੈਂਟ ਉਸ ਨੂੰ ਅਪਣਾ ਜਾਂਦਾ ਹੈ, ਸਹਿਜ ਸੁਭਾਅ ਸਿੱਖਦਾ ਮਾਂ ਕੋਲੋਂ। ਫਿਰ ਇਹ ਜੋ ਤਰੁੱਟੀਆਂ ਨੇ ਉਹ ਆਜੀਵਨ ਉਸ ਦੇ ਅੰਦਰ ਰਹਿੰਦੀਆਂ ਨੇ। ਪਰੰਤੂ ਜੋ ਭਾਸ਼ਾ ਦਾ ਗਿਆਨ ਹੈ, ਜੋ ਭਾਸ਼ਾ ਦੇ ਅਧਿਆਪਨ ਹੈ, ਯਾਨੀ ਜੋ ਸਾਡੀ ਜ਼ਿੰਮੇਵਾਰੀ, ਉਹ ਇਹ ਹੈ ਵੀ ਜਦੋਂ ਅਸੀਂ ਉਸ ਬੱਚੇ ਨੂੰ ਜਦੋਂ ਸੁਣਦਾ ਹੈ, ਜਦੋਂ ਉਹ ਬੋਲਦਾ ਹੈ, ਜਦੋਂ ਉਹ ਰੀਡ ਕਰਦਾ, ਜਦੋਂ ਉਹ ਲਿਖਦਾ ਹੈ, ਤੇ ਅਸੀਂ ਉਸ ਦੀ ਤਰੁੱਟੀ ਨੂੰ ਨਾਲੋਂ ਨਾਲ ਦਰੁਸਤ ਕਰਦੇ ਜਾਣਾ ਹੈ, ਤਾਂ ਫਿਰ ਭਾਸ਼ਾ ਦਾ ਅਧਿਆਪਨ ਆਪਣੇ ਸਹੀ ਮਾਇਨੇ ਵਿੱਚ ਚੱਲਦਾ ਹੈ। ਅਗਲੀ ਗੱਲ ਹੈ ਯਤਨ ਦਾ ਸਿਧਾਂਤ। ਇਹ ਥੋੜ੍ਹਾ ਉੱਪਰਲੇ ਲੈਵਲ ਦੀ ਗੱਲ ਹੈ। ਉੱਪਰਲੇ ਲੈਵਲ ਦਾ ਮਤਲਬ ਥੋੜਾ ਯਤਨ ਵਾਲਾ ਕਾਰਜ ਹੈ, ਐਫਰਟਸ ਕਰਨਾ ਪੈਂਦਾ ਹੈ, ਪ੍ਰਿੰਸੀਪਲ ਆਫ ਐਫਰਟਸ। ਹੁਣ ਬੱਚੇ ਨੇ ਸਿੱਖਿਆ, ਬੱਚੇ ਨੇ ਬੋਲਣਾ ਸ਼ੁਰੂ ਕਰਤਾ, ਬੱਚੇ ਨੇ ਜੋ ਮੁੱਢਲਾ ਗਿਆਨ ਉਸ ਨੂੰ ਪ੍ਰਾਪਤ ਕਰ ਲਿਆ, ਪਰੰਤੂ ਜਦੋਂ ਉਹ ਉੱਚੀ ਭਾਸ਼ਾ ਯਾਨੀ ਭਾਸ਼ਾ ਦੇ ਉੱਚੇ ਮਿਆਰ, ਉੱਚੇ ਸਟੈਂਡਰਡ ਤੇ ਜਾ ਕੇ ਪੜ੍ਹਨਾ ਸ਼ੁਰੂ ਕਰਦਾ ਹੈ, ਫਿਰ ਉਸ ਨੂੰ ਕੁਝ ਜਟਿਲ ਤੇ ਸੂਖਮ ਵਿਸ਼ਿਆਂ ਦਾ ਅਧਿਐਨ ਕਰਨਾ ਪੈਂਦਾ ਹੈ। ਪੰਜਾਬੀ ਗਾਣੇ ਸੁਣ ਕੇ ਪੰਜਾਬੀ ਗਾਣੇ ਗਾਣਾ ਬਹੁਤ ਸਹਿਜ ਹੈ, ਬਹੁਤ ਸੁਭਾਵਿਕਤਾ ਵਾਲੀ ਗੱਲ ਹੈ। ਪੰਜਾਬੀ ਕਹਾਣੀ ਸੁਣ ਕੇ ਉਸ ਨੂੰ ਦੁਹਰਾ ਸਕਣਾ ਬੜੀ ਸਹਿਜਤਾ ਵਾਲੀ ਗੱਲ ਹੈ। ਪਰੰਤੂ ਜਦੋਂ ਅਸੀਂ ਕਿਸੇ ਹੋਰ ਸੂਖਮ, ਹੋਰ ਜਟਿਲ ਵਿਸ਼ਿਆਂ ਤੇ ਪਹੁੰਚਦੇ ਹਾਂ, ਤਾਂ ਫਿਰ ਜਟਿਲ ਤੇ ਸੂਖਮ ਵਿਸ਼ਿਆਂ ਲਈ ਸਾਨੂੰ ਅਧਿਐਨ ਕਰਨਾ ਪੈਂਦਾ। ਜਦੋਂ ਭਾਸ਼ਾ ਇੱਕ ਤੇ ਬੋਲਣ ਦੀ ਹੈ, ਵਰਤੋਂ ਵਿਹਾਰ ਦੀ ਚੀਜ਼ ਹੈ, ਪਰੰਤੂ ਜਦੋਂ ਭਾਸ਼ਾ ਸਾਹਿਤ ਵਿੱਚ ਪ੍ਰਵੇਸ਼ ਕਰਦੀ ਹੈ, ਲਿਟਰੇਚਰ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਸਾਨੂੰ ਬੱਚੇ ਨੂੰ ਵਿਸ਼ੇਸ਼ ਤੌਰ ਤੇ ਅਲੰਕਾਰਕ, ਕਲਾਤਮਕ ਭਾਸ਼ਾ ਦਾ ਗਿਆਨ ਕਰਾਉਣਾ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਪਿੰਗਲ ਦੀ ਗੱਲ ਕਰਦੇ ਹਾਂ, ਕਵਿਤਾ ਲਿਖਣ ਲਈ ਪਿੰਗਲ ਬੜਾ ਜ਼ਰੂਰੀ ਹੈ। ਜਦੋਂ ਅਸੀਂ ਬੱਚੇ ਨੂੰ ਤੀਜੀ, ਚੌਥੀ, ਪੰਜਵੀਂ 'ਚ ਪੜ੍ਹਾਉਂਦੇ ਹਾਂ, ਉਹਨੂੰ ਪਹਿਲੇ ਨਾਮ ਸਿਖਾਉਂਦੇ ਹਾਂ, ਪੜਨਾਮ ਸਿਖਾਉਂਦੇ ਹਾਂ, ਵਿਸ਼ੇਸ਼ਣ ਸਿਖਾਉਂਦੇ ਹਾਂ, ਉਹਦੇ ਅੰਦਰ ਉਹ ਹੈ, ਪਰੰਤੂ ਅਸੀਂ ਉਸਨੂੰ
ਭਾਸ਼ਾ ਦੇ ਵੱਡੇ ਪੱਧਰ ਲਈ, ਵੱਡੇ ਮਿਆਰ, ਵੱਡੇ ਸਟੈਂਡਰਡ ਲਈ ਤਿਆਰ ਕਰ ਰਹੇ ਹਾਂ। ਇਸ ਲਈ ਇੱਥੇ ਦੱਸਿਆ ਯਤਨ ਦਾ ਸਿਧਾਂਤ ਹੈ ਭਾਸ਼ਾ ਅਧਿਆਪਨ। ਇੱਕ ਤੇ ਸਹਿਜ ਸੁਭਾਅ ਚੱਲ ਰਹੀ ਸੀ, ਪਰੰਤੂ ਜਦੋਂ ਅਸੀਂ ਉਸ ਦੇ ਜਟਿਲ ਤੇ ਸੂਖਮ ਪੱਧਰ ਤੱਕ ਪਹੁੰਚਣਾ ਹੈ, ਉਸ ਦੇ ਜਟਿਲ ਤੇ ਸੂਖਮ ਲੈਵਲ ਤੱਕ ਪਹੁੰਚਣਾ ਹੈ, ਜਦੋਂ ਅਸੀਂ ਸਾਹਿਤ ਤੱਕ ਪਹੁੰਚਣਾ ਹੈ, ਯਾਨੀ ਬੱਚਾ ਆਪਣੇ ਵੱਲੋਂ ਨਿਬੰਧ ਲਿਖ ਸਕਦਾ ਹੋਵੇ, ਬੱਚਾ ਆਪਣੇ ਵੱਲੋਂ ਕਵਿਤਾ ਲਿਖ ਸਕਦਾ ਹੋਵੇ, ਜਾਂ ਬੱਚਾ ਕੋਈ ਹੋਰ ਆਲੋਚਨਾਤਮਕ ਗੱਲ ਲਿਖ ਸਕਦਾ ਹੋਵੇ, ਤਾਂ ਉਸ ਲਈ ਉਸ ਨੂੰ ਅਲੰਕਾਰਕ ਭਾਸ਼ਾ ਦੇ ਅਲੰਕਾਰਕ ਰੂਪ ਦਾ ਪਤਾ ਹੋਣਾ ਚਾਹੀਦਾ ਹੈ। ਉਸ ਨੂੰ ਭਾਸ਼ਾ ਦੀ ਕਲਾਤਮਕਤਾ ਤੌਰ ਤੇ ਵਰਤੋਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਦਾ ਕੀ ਫਾਇਦਾ? ਇਸ ਦਾ ਫਾਇਦਾ ਹੈ ਵੀ ਬੱਚਾ ਸੁੰਦਰ ਲੇਖ ਲਿਖਦਾ ਹੈ। ਸੁੰਦਰ ਲੇਖ ਲਿਖਦਾ ਨਹੀਂ ਹੈ, ਯਤਨ ਕਰਕੇ ਲਿਖਦਾ ਹੈ। ਜਦੋਂ ਬੱਚਾ ਵਾਕ ਬਣਾਉਂਦਾ ਹੈ, ਵਾਕ ਦੀਆਂ ਤਰੁੱਟੀਆਂ ਦੂਰ ਕਰਦਾ ਹੈ, ਉਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਵਾਕ ਪਤਾ ਲੱਗਦੇ ਹੈ ਵੀ ਇਹ ਡੈਕਲੇਰੇਟਿਵ ਹੈ, ਸਧਾਰਨ ਸੈਂਟੈਂਸ ਹੈ, ਇੰਪੈਰੇਟਿਵ ਹੈ, ਆਦੇਸ਼ਾਤਮਕ ਹੈ, ਜਾਂ ਇਹ ਪ੍ਰਸ਼ਨਿਕ ਹੈ ਯਾਨੀ ਇੰਟੈਰੋਗੇਟਿਵ ਹੈ। ਇਹ ਜਿੱਦਾਂ ਦੇ ਵੀ ਸਿਧਾਂਤ ਹੈ ਉਹ ਵਾਕਾਂ ਦੀ ਪਛਾਣ ਕਰਦਾ ਹੈ, ਕਿਉਂਕਿ ਅਸੀਂ ਉਸ ਨੂੰ ਉਸ ਦੀ ਟ੍ਰੇਨਿੰਗ ਦਿੱਤੀ ਹੈ, ਉਸ ਦੀ ਸਿਖਲਾਈ ਦਿੱਤੀ ਹੈ। ਇਹ ਹੈ ਯਤਨ ਦਾ ਸਿਧਾਂਤ, ਯਾਨੀ ਉਸਨੇ ਸਪੈਸ਼ਲ ਐਫਰਟਸ ਕਰਕੇ ਇਸ ਸਕਿੱਲ, ਇਸ ਕੌਸ਼ਲ ਨੂੰ ਪ੍ਰਾਪਤ ਕੀਤਾ ਹੈ। ਸੁੰਦਰ ਲੇਖ ਲਿਖਣਾ, ਸਹੀ ਵਾਕ ਬਣਾਉਣਾ, ਉਸ ਤੋਂ ਇਲਾਵਾ ਧਾਰਾ ਪ੍ਰਵਾਹ ਯਾਨੀ ਫਲੂਐਂਸੀ ਨਾਲ ਜਿਹੜੀ ਹੈ ਭਾਸ਼ਾ ਦਾ ਉਚਾਰਨ ਕਰਨਾ। ਅਸੀਂ ਪੰਜਾਬੀ ਹਾਂ, ਮਾਂ ਬੋਲੀ ਪੰਜਾਬੀ, ਇਸ ਕਰਕੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਹੀ ਤਰੀਕੇ ਨਾਲ ਧਾਰਾ ਪ੍ਰਵਾਹ ਫਲੂਐਂਸੀ ਨਾਲ ਬੋਲ ਸਕਦੇ ਹਾਂ। ਪਰੰਤੂ ਜਦੋਂ ਅਸੀਂ ਸਾਹਿਤਕ ਭਾਸ਼ਾ ਫਲੂਐਂਸੀ ਨਾਲ ਬੋਲਣੀ ਹੈ, ਸਾਨੂੰ ਉਸ ਲਈ ਟ੍ਰੇਨਿੰਗ ਲੈਣੀ ਬੜੀ ਜ਼ਰੂਰੀ ਹੈ। ਸਹਿਜ ਸੁਭਾਅ ਪਰਿਵਾਰ ਵਿੱਚ ਗੱਲ ਕਰਨੀ ਹੋਰ ਗੱਲ ਹੈ, ਪਰ ਜਮਾਤ ਵਿੱਚ ਪੋਡੀਅਮ ਤੇ ਖੜੇ ਹੋ ਕੇ ਜਾਂ ਕਿਸੇ ਮਾਈਕ ਤੇ ਖੜੇ ਹੋ ਕੇ ਬਾਕੀ ਸਰੋਤਿਆਂ ਨੂੰ ਪ੍ਰਭਾਵਿਤ ਕਰਨਾ, ਇਸ ਲਈ ਸਾਨੂੰ ਯਤਨਸ਼ੀਲ ਹੋ ਕੇ, ਯਤਨ ਕਰਕੇ ਭਾਸ਼ਾ ਦਾ ਉਹ ਮਿਆਰ, ਉਹ ਸਟੈਂਡਰਡ, ਉਹ ਜੋ ਪੱਧਰ ਹੈ ਹਾਸਲ ਕਰਨਾ ਪੈਂਦਾ ਹੈ। ਉਸ ਤੋਂ ਇਲਾਵਾ ਅਨੁਵਾਦ, ਜਿਹੜਾ ਕਿ ਸਭ ਤੋਂ ਟਫ ਕੰਮ ਹੈ ਵੀ ਸਾਨੂੰ ਜੇ ਮੰਨ ਲਓ ਪੰਜਾਬੀ ਤੋਂ ਹਿੰਦੀ 'ਚ ਅਨੁਵਾਦ ਕਰਨਾ ਪੈਣਾ ਹੈ, ਜਿੰਨੇ ਸਾਡੀ ਸ਼ਬਦ ਭੰਡਾਰ ਹੈ ਪੰਜਾਬੀ ਦਾ, ਉਸ ਤੋਂ ਕਿਤੇ ਵੱਧ ਹਿੰਦੀ ਦਾ ਸ਼ਬਦ ਭੰਡਾਰ ਹੋਣਾ ਚਾਹੀਦਾ ਹੈ। ਜੇ ਹਿੰਦੀ ਜਾਂ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਜਾਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕਰਨਾ ਹੈ, ਸਾਨੂੰ ਹਰੇਕ ਵਰਡ ਦੇ, ਹਰੇਕ ਸ਼ਬਦ ਦੇ ਪੈਰਲਲ ਯਾਨੀ ਉਸ ਦੇ ਬਰਾਬਰ ਸਾਨੂੰ ਇੱਕ ਸ਼ਬਦ, ਇੱਕ ਵਾਕ ਰਚਨਾ ਚਾਹੀਦੀ ਹੈ। ਇਹ ਇੱਕ ਬਹੁਤ ਵਧੀਆ ਸਕਿੱਲ ਹੈ ਜੋ ਸਾਨੂੰ ਯਤਨ ਦੇ ਸਿਧਾਂਤ ਨਾਲ ਮਿਲਦੀ ਹੈ। ਇਹ ਮੈਂ ਇੱਥੇ ਇਸ ਕਰਕੇ ਜ਼ੋਰ ਲਾਇਆ ਯਤਨ ਦੇ ਸਿਧਾਂਤ 'ਤੇ, ਤਾਂ ਕਿ ਸਾਨੂੰ ਪਤਾ ਲੱਗੇ ਸਹਿਜ ਸੁਭਾਅ ਬੋਲਣਾ ਹੋਰ ਗੱਲ ਹੈ ਸੁਭਾਵਿਕਤਾ ਵਾਲਾ, ਪਰ ਜਦੋਂ ਅਸੀਂ ਉਸ ਨੂੰ ਵਿਸ਼ੇਸ਼ ਸਕਿੱਲ ਪ੍ਰਾਪਤ ਕਰਦੇ ਹਾਂ, ਵਿਸ਼ੇਸ਼ ਕੌਸ਼ਲ ਪ੍ਰਾਪਤ ਕਰਦੇ ਹਾਂ, ਫਿਰ ਸਾਨੂੰ ਇਸ ਸਿਧਾਂਤ ਦਾ ਪਾਲਣ ਕਰਨਾ ਪੈਂਦਾ ਹੈ। ਹੁਣ ਵਿਦਿਆਰਥੀਓ, ਅਗਲੀ ਜਿਹੜੀ ਗੱਲ ਹੈ ਸਿਧਾਂਤਾਂ ਤੋਂ, ਭਾਸ਼ਾ ਅਧਿਆਪਨ ਦੇ ਸਿਧਾਂਤ, ਜੋ ਸਾਡਾ ਦੂਸਰਾ ਟੌਪਿਕ ਚੱਲ ਰਿਹਾ ਹੈ, ਉਸ ਜੋ ਅਗਲਾ ਹੈ ਉਹ ਹੈ ਕਿਰਿਆਸ਼ੀਲਤਾ ਦਾ ਸਿਧਾਂਤ। ਕਿਰਿਆਸ਼ੀਲਤਾ, ਬੱਚੇ ਵਿੱਚ ਜੋ ਕਿਰਿਆਸ਼ੀਲਤਾ ਹੈ ਜਨਮਜਾਤ ਹੁੰਦੀ ਹੈ। ਜਿੱਦਾਂ ਹੀ ਬੱਚਾ ਜਨਮ ਲੈਂਦਾ ਹੈ, ਉਹਦੀ ਪਹਿਲੀ ਕਿਰਿਆ ਹੁੰਦੀ ਹੈ ਉਹ ਰੋਣਾ ਸ਼ੁਰੂ ਕਰਦਾ ਹੈ। ਦੂਸਰਾ, ਉਹ ਆਬਜ਼ਰਵ ਕਰਦਾ ਹੈ, ਆਪਣੇ ਆਲੇ ਦੁਆਲੇ ਦੇਖਦਾ ਹੈ, ਸੁਗੰਧੀ ਲੈਂਦਾ ਹੈ ਆਪਣੇ ਮਾਂ ਦੀ, ਆਪਣੇ ਆਸ-ਪਾਸ ਦੇ ਮਾਹੌਲ ਦੀ, ਆਪਣੇ ਘਰ ਪਰਿਵਾਰ ਦੀ, ਫਿਰ ਹੌਲੀ ਹੌਲੀ ਵੱਧਦਾ ਹੁੰਦਾ, ਉਹਦੀ ਜੋ ਕਿਰਿਆਸ਼ੀਲਤਾ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਕਿਰਿਆਸ਼ੀਲਤਾ ਹੈ ਨਾ ਉਸਦੀ, ਜੋ ਬਚਪਨ ਤੋਂ ਪਹਿਲੇ ਸਾਹ ਤੋਂ ਉਸ ਨੂੰ ਕਿਰਿਆਸ਼ੀਲਤਾ ਮਿਲੀ, ਉਹ ਜਿਹੜੀ ਕਿਰਿਆਸ਼ੀਲਤਾ ਹੈ ਉਸ ਨੂੰ ਸਾਰੀ ਉਮਰ ਗਿਆਨ ਗ੍ਰਹਿਣ ਕਰਨ ਦੀ ਅਭਿਪ੍ਰੇਰਣਾ ਦਿੰਦੀ ਰਹਿੰਦੀ ਹੈ, ਉਸ ਨੂੰ ਮੋਟੀਵੇਟ ਕਰਦੀ ਹੈ ਕਿਰਿਆਸ਼ੀਲਤਾ। ਕਿਰਿਆਸ਼ੀਲਤਾ ਐਕਟਿਵਨੈਸ ਕਰਕੇ ਹੀ ਜਿਹੜਾ ਬੱਚਾ ਹੈ ਉਹ ਗਿਆਨ ਗ੍ਰਹਿਣ ਕਰਦਾ ਹੈ। ਇਸ ਕਰਕੇ ਜਦੋਂ ਅਸੀਂ ਭਾਸ਼ਾ ਦਾ ਅਧਿਆਪਨ ਕਰਦੇ ਹਾਂ, ਸਾਡੇ ਸਾਹਮਣੇ ਇਹ ਸਿਧਾਂਤ ਰਹਿਣਾ ਚਾਹੀਦਾ ਹੈ, ਜੋ ਕਿਰਿਆਸ਼ੀਲਤਾ ਦਾ ਉਸ ਵਿੱਚ ਗੁਣ ਹੈ ਅਸੀਂ ਉਸ ਨੂੰ ਸਿਧਾਂਤ ਦੇ ਤੌਰ ਤੇ ਅਪਣਾ ਲਈਏ ਵੀ ਗਿਆਨ ਗ੍ਰਹਿਣ ਕਰਵਾਉਣ ਲਈ ਅਸੀਂ ਕਿਰਿਆਸ਼ੀਲਤਾ ਨੂੰ ਅਪਣਾਈਏ, ਉਸ ਨੂੰ ਇਹ ਭਾਸ਼ਾ ਦਾ ਕੌਸ਼ਲ, ਸਕਿੱਲ ਗ੍ਰਹਿਣ ਕਰਨ ਲਈ ਪ੍ਰੇਰਿਤ ਕਰੀਏ। ਔਰ ਤਨੋ ਮਨੋ ਜੋ ਬੱਚਾ ਹੈ ਉਹ ਕਿਰਿਆਸ਼ੀਲ ਹੋ ਕੇ, ਜੇ ਬੱਚਾ ਉਹ ਮਨ ਜਿਹੜਾ ਤਨ ਤੇ ਇੱਥੇ ਬੈਠਾ ਹੈ, ਬੱਚੇ ਦਾ ਮਨ ਕਿਤੇ ਹੋਰ ਹੈ, ਜਾਂ ਬੱਚੇ ਦਾ ਮਨ ਤੁਹਾਡੀ ਪੜ੍ਹਾਈ 'ਚ ਹੈ ਪਰ ਉਹ ਤਨ ਕਰਕੇ ਉਸ ਵਿੱਚ ਪੂਰੀ ਤਰ੍ਹਾਂ ਇਨਵੋਲਵ ਨਹੀਂ ਹੈ, ਤੇ ਜੋ ਕਿਰਿਆਸ਼ੀਲਤਾ ਦਾ ਸਿਧਾਂਤ ਹੈ ਇਹ ਉਸ ਦੇ ਮਨ ਤੇ ਤਨ ਦੀ ਕਿਰਿਆਸ਼ੀਲਤਾ ਨੂੰ, ਉਸ ਦੀ ਐਕਟਿਵਨੈਸ ਨੂੰ ਪ੍ਰਯੋਗ ਕਰਕੇ ਭਾਸ਼ਾ ਦਾ ਸਫਲ ਅਧਿਆਪਨ, ਸਫਲ ਸਿੱਖਣ ਕਰਾ ਸਕਦਾ ਹੈ। ਜੋ ਅਗਲਾ ਸਿਧਾਂਤ ਹੈ ਉਹ ਹੈ ਨਿਸ਼ਚਿਤ ਉਦੇਸ਼ ਤੇ ਪਾਠ ਸਮੱਗਰੀ ਦਾ ਸਿਧਾਂਤ। ਅੱਜ ਮੈਂ ਬੱਚਿਆਂ ਨੂੰ ਪੰਜਾਬੀ ਵਿੱਚ ਨਾਉ ਪੜ੍ਹਾਉਣਾ ਹੈ। ਜੇ ਮੈਂ ਨਾਉ ਪੜ੍ਹਾਉਣਾ ਹੈ, ਪਹਿਲੇ ਮੈਨੂੰ ਨਾਉ ਪੜ੍ਹਾਉਣ ਦਾ ਉਦੇਸ਼ ਪਤਾ ਹੋਣਾ ਚਾਹੀਦਾ, ਗ੍ਰਾਮਰ ਪੜ੍ਹਾਉਣ ਦਾ ਉਦੇਸ਼ ਪਤਾ ਹੋਣਾ ਚਾਹੀਦਾ। ਫਿਰ ਗ੍ਰਾਮਰ ਪੜ੍ਹਾਉਣ ਲਈ ਮੈਨੂੰ ਕਿਹੜੀ ਕਿਹੜੀ ਪਾਠ ਸਮੱਗਰੀ ਚਾਹੀਦੀ ਹੈ, ਕਿਹੜੀ ਕਿਹੜੀ ਸਹਾਇਕ ਸਮੱਗਰੀ ਚਾਹੀਦੀ ਹੈ, ਮੈਨੂੰ ਉਸ ਦਾ ਪੂਰਾ ਗਿਆਨ, ਪੂਰਾ ਜਿਹੜਾ ਹੈ ਨਾ ਉਹ ਧਿਆਨ ਹੋਣਾ ਚਾਹੀਦਾ ਵੀ ਅੱਜ ਮੈਂ ਕਲਾਸ ਵਿੱਚ ਜਾਣਾ ਹੈ, ਮੈਂ ਕੀ ਕੁਝ ਲੈ ਕੇ ਜਾਣਾ ਹੈ।
ਕਈ ਅਧਿਆਪਕ ਬਿਨਾਂ ਤਿਆਰੀ ਦੇ ਜਦੋਂ ਜਮਾਤ ਵਿੱਚ ਆਉਂਦੇ ਨੇ ਤੇ ਉਹ ਫਿਰ ਸਫਲ ਅਧਿਆਪਨ ਨਹੀਂ ਹੈ, ਉਹ ਤੇ ਅੱਧਾ ਘੰਟਾ ਖਰਾਬ ਆਪਣਾ ਵੀ ਕਰਨਾ ਹੈ ਔਰ ਵਿਦਿਆਰਥੀਆਂ ਦਾ ਵੀ ਕਰਨਾ। ਇਸ ਕਰਕੇ ਮੇਰੀ ਬੇਨਤੀ ਹੈ, ਜਦੋਂ ਵੀ ਜਮਾਤ ਜਾਈਏ ਸਾਡਾ ਲੈਸਨ ਪਲਾਨ ਤਿਆਰ ਹੋਣਾ ਚਾਹੀਦਾ ਹੈ, ਸਾਡੀ ਪਾਠ ਸਮੱਗਰੀ ਸੰਬੰਧੀ ਸਾਰੀ ਸਮੱਗਰੀ ਸਾਡੇ ਕੋਲ ਹੋਣੀ ਚਾਹੀਦੀ ਹੈ, ਕਿਸੇ ਤਰੀਕੇ ਨਾਲ ਹੋਵੇ। ਛੋਟੀ ਸਮੱਗਰੀ ਹੋ ਸਕਦੀ ਹੈ ਤੁਹਾਡੇ ਪਰਸ ਵਿੱਚ ਉਹ ਚੀਜ਼ ਹੋ ਸਕਦੀ ਹੈ, ਤੁਹਾਡੇ ਆਲੇ ਦੁਆਲੇ ਜਮਾਤ ਵਿੱਚੋਂ ਕੋਈ ਚੀਜ਼ ਉਹ ਲੈ ਕੇ ਅਸੀਂ ਉਸ ਨੂੰ ਪਾਠਕ੍ਰਮ ਦੇ ਅਨੁਸਾਰ ਇਸਤੇਮਾਲ ਕਰ ਸਕਦੇ ਹਾਂ। ਇੱਥੇ ਦੁਬਾਰਾ ਦੇਖਦੇ ਹਾਂ, ਨਿਸ਼ਚਿਤ ਉਦੇਸ਼ ਤੇ ਪਾਠ ਸਮੱਗਰੀ ਦਾ ਸਿਧਾਂਤ। ਪਹਿਲੀ ਗੱਲ ਵੀ ਪਲਾਨ ਬਿਫੋਰ ਕਲਾਸ। ਤੁਸੀਂ ਕਲਾਸ ਵਿੱਚ ਜਾਂਦੇ ਹੋ, ਤੁਸੀਂ ਪਹਿਲੇ ਪਲਾਨ ਕਰਕੇ ਜਾਣਾ ਕਿ ਇਸ ਕਰਕੇ ਟੀਚਰਸ ਨੂੰ ਟੀਚਰਸ ਡਾਇਰੀ ਜਾਂ ਲੈਸਨ ਪਲਾਨ ਪਰਫਾਰਮਾ ਦਿੱਤਾ ਜਾਂਦਾ ਸਾਡੇ ਸਕੂਲਾਂ ਵਿੱਚ, ਤੇ ਉਸ ਪਹਿਲੇ ਤਿਆਰੀ ਕਰਨੀ ਪੈਂਦੀ ਹੈ। ਤੁਸੀਂ ਪੜ੍ਹਾਉਣਾ ਸ਼ੁਰੂ ਕੀਤਾ, ਸਾਰੀ ਜਮਾਤ ਦੇ ਬੱਚੇ ਬੇਰੁਖੇ ਹੈ, ਨਹੀਂ ਉਹਨਾਂ ਦਾ ਧਿਆਨ ਨਹੀਂ, ਇਹਦਾ ਮਤਲਬ ਤੁਸੀਂ ਪ੍ਰਿਪੇਅਰ ਨਹੀਂ ਹੋ। ਜੇ ਤੁਸੀਂ ਪ੍ਰਿਪੇਅਰ ਹੋ ਔਰ ਤੁਹਾਡਾ ਜਿਹੜਾ ਹੁਕਿੰਗ ਮੈਂ ਸਿਸਟਮ ਦੱਸਿਆ ਉਹ ਜਿਹੜਾ ਤੁਹਾਡਾ ਬਹੁਤ ਪ੍ਰਬਲ ਹੈ, ਤੁਹਾਡੀ ਜਮਾਤ ਤੁਹਾਡੀ ਜਿਹੜੀ ਹੈ ਨਾ ਉਹ ਕਦੇ ਵੀ ਬੋਰ ਨਹੀਂ ਹੋਗੀ। ਸਿੱਖਿਆ ਲੈ ਕੇ ਕੁਝ ਸਿੱਖ ਕੇ ਜਿਹੜੀ ਹੈ ਨਾ ਉਹ ਤੁਸੀਂ ਕੁਝ ਸਿਖਾ ਕੇ ਜਮਾਤ ਵਿੱਚੋਂ ਜਾਓਗੇ। ਹੁਣ ਇੱਥੇ ਗੱਲਦਾਰ ਕਰ ਰਹੇ ਹਾਂ, ਪਲਾਨ ਬਿਫੋਰ ਕਲਾਸ। ਆਪਣੀ ਜਮਾਤ ਵਿੱਚ ਜਾਣ ਤੋਂ ਪਹਿਲੇ ਤਿਆਰੀ ਪੂਰੀ ਕਰਨੀ ਚਾਹੀਦੀ ਹੈ। ਹੁਣ ਕੀ ਹੋਣਾ ਚਾਹੀਦਾ ਹੈ ਕਿ ਪ੍ਰੀ ਪਲਾਨਡ ਪਹਿਲੇ ਪ੍ਰਿਪਰੇਸ਼ਨ ਹੋਣੀ ਚਾਹੀਦੀ ਹੈ ਕਿ ਮੈਂ ਕਿਹੜਾ ਪਾਠ ਪੜ੍ਹਾਉਣਾ ਹੈ, ਮੇਰੇ ਪਾਠ ਦਾ ਉਦੇਸ਼ ਕੀ ਹੈ, ਵਿਸ਼ੇ ਸਮੱਗਰੀ ਕਿਹੜੀ ਲੈਣੀ ਹੈ। ਵਿਸ਼ੇ ਸਮੱਗਰੀ ਦੀ ਚੋਣ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਇਲਾਵਾ ਵਿਸ਼ੇ ਸਮੱਗਰੀ ਚੋਣ ਅਕੋਰਡਿੰਗਲੀ ਹੋਣੀ ਚਾਹੀਦੀ ਹੈ, ਅਨੁਸਾਰ ਹੋਣੀ ਚਾਹੀਦੀ ਹੈ ਜੋ ਤੁਸੀਂ ਪਾਠ ਪੜ੍ਹਾ ਰਹੇ ਹੋ। ਤੇ ਭਾਸ਼ਾ ਅਧਿਆਪਨ ਵਿੱਚ ਨਿਸ਼ਚਿਤ ਉਦੇਸ਼ ਹੋਣਾ ਤੇ ਪਾਠ ਸਮੱਗਰੀ ਦਾ ਮੁਹੱਈਆ ਹੋਣਾ, ਅਵੇਲੇਬਲ ਹੋਣਾ, ਇਹ ਮੁੱਖ ਸਿਧਾਂਤ ਹੈ। ਜੇ ਅਸੀਂ ਇਹਨਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਹੀ ਸਫਲ ਭਾਸ਼ਾ ਅਧਿਆਪਨ ਕਰ ਸਕਾਂਗੇ। ਜੋ ਅਗਲੀ ਗੱਲ ਹੈ, ਲਿਖਤ ਤੋਂ ਪਹਿਲਾਂ ਮੌਖਿਕ ਦਾ ਸਿਧਾਂਤ। ਕਿਉਂਕਿ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਬੱਚੇ ਨੂੰ ਕਿੱਦਾਂ ਸਿਖਾਉਣਾ ਹੈ। ਜਿਸ ਤਰ੍ਹਾਂ ਬੱਚਾ ਆਪਣੇ ਜਨਮ ਤੋਂ ਲੈ ਕੇ ਸਿੱਖਦਾ ਆਇਆ ਹੈ, ਭਾਸ਼ਾ ਅਧਿਆਪਨ ਵੀ ਉਸੇ ਤਰੀਕੇ ਨਾਲ ਚੱਲਦਾ ਹੈ। ਇਸ ਕਰਕੇ ਲਿਖਤੀ ਤੋਂ ਪਹਿਲੇ ਉਸ ਨੂੰ ਮੌਖਿਕ ਤੋਂ ਸ਼ੁਰੂ ਕਰਨਾ ਹੈ। ਇਹ ਜਿਹੜੀ ਗੱਲ ਹੈ ਇਹ ਪ੍ਰਾਇਮਰੀ ਫਸਟ ਕਲਾਸ ਤੋਂ ਵੀ ਚੱਲ ਸਕਦੀ ਹੈ, 6ਵੀਂ 8ਵੀਂ ਜਮਾਤ ਵਿੱਚ ਚੱਲ ਸਕਦੀ ਹੈ। ਜਦੋਂ ਤੁਸੀਂ ਲੈਸਨ ਸ਼ੁਰੂ ਕਰਦੇ ਹੋ, ਭਾਸ਼ਾ ਦਾ ਅਧਿਆਪਨ ਸ਼ੁਰੂ ਕਰਦੇ ਹੋ, ਤੇ ਸਭ ਤੋਂ ਪਹਿਲਾਂ ਅਸੀਂ ਮੌਖਿਕ ਜਿਹੜੀ ਹੈ ਕਿਰਿਆਵਾਂ ਉਹ ਕਰਨੀਆਂ ਤਾਂ ਜੋ ਬੱਚਾ ਮਾਨਸਿਕ ਤੌਰ ਤੇ ਉਸ ਲਰਨਿੰਗ ਲਈ, ਉਸ ਸਿੱਖਣ ਲਈ ਔਰ ਲਰਨਿੰਗ ਟੀਚਿੰਗ ਦੇ ਪ੍ਰੋਸੈਸ ਲਈ ਉਹ ਤਿਆਰ ਹੋ ਜਾਵੇ। ਇਸ ਕਰਕੇ ਲਿਖਤ ਤੋਂ ਪਹਿਲਾਂ ਮੌਖਿਕ ਦਾ ਸਿਧਾਂਤ ਇਹ ਇਸ ਦਾ ਮੇਨ ਸਿਧਾਂਤ ਹੈ ਭਾਸ਼ਾ ਅਧਿਆਪਨ ਦਾ। ਇਸ ਦਾ ਮਤਲਬ ਜਨਮ ਤੋਂ ਜੋ ਸਿੱਖਣ ਦੀ ਪ੍ਰਕਿਰਿਆ ਹੁੰਦੀ ਹੈ, ਜੋ ਵੀ ਪ੍ਰੋਸੈਸ ਹੈ ਲਰਨਿੰਗ ਦਾ, ਉਹ ਸਾਰਾ ਮੌਖਿਕ ਹੈ, ਜ਼ਬਾਨੀ ਹੈ। ਕਿਉਂਕਿ ਬੱਚਾ ਸਾਰੇ ਬੋਲਣ ਦੇ ਜੇ ਤਰੀਕੇ ਨੇ ਨਾ ਉਹ ਆਤਮਸਾਤ ਕਰਦਾ ਹੈ, ਆਪਣੇ ਅਨਕੌਂਸ਼ੀਅਸ 'ਚ ਵਸਾਉਂਦਾ ਹੈ, ਸਭ ਮੌਖਿਕ ਤੋਂ ਹੁੰਦਾ ਹੈ। ਜਿੱਦਾਂ ਪਹਿਲੇ ਦੱਸਿਆ, ਜੇ ਮਾਂ ਦਾ ਭਾਸ਼ਾ ਉਚਾਰਨ ਤਰੁਟੀਪੂਰਨ ਹੋਏਗਾ ਤੇ ਬੱਚਾ ਉਸ ਮੌਖਿਕ ਤੋਂ ਆਧਾਰ ਕਰਕੇ ਸਾਰੀ ਜ਼ਿੰਦਗੀ ਤਰੁਟੀਪੂਰਨ ਭਾਸ਼ਾ, ਗਲਤੀ, ਦੋਸ਼ਪੂਰਨ ਭਾਸ਼ਾ ਬੋਲਦਾ ਰਹੇਗਾ। ਇਸ ਲਈ ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਮੌਖਿਕ ਕੰਮ ਕਰਾਉਣਾ ਚਾਹੀਦਾ ਹੈ। ਸਿਧਾਂਤਾਂ ਦੀ ਇਸ ਲਿਸਟ ਵਿੱਚ ਸਾਡਾ ਆਖਰੀ ਸਿਧਾਂਤ ਇੱਥੇ ਲਿਖਿਆ ਹੈ, ਲਿਖਣ ਤੇ ਬੋਲਣ ਦੀ ਸੁਮੇਲਤਾ ਦਾ ਸਿਧਾਂਤ। ਜਦੋਂ ਅਸੀਂ ਭਾਸ਼ਾ ਦਾ ਅਧਿਆਪਨ ਕਰਾਉਂਦੇ ਹਾਂ, ਲਰਨਿੰਗ ਔਰ ਟੀਚਿੰਗ ਪ੍ਰੋਸੈਸ ਹੁੰਦਾ ਹੈ, ਉਦੋਂ ਪਹਿਲਾਂ ਮੌਖਿਕ ਦੀ ਗੱਲ ਕਰ ਚੁੱਕੇ ਹਾਂ। ਇਸ ਦੇ ਨਾਲ ਲਿਖਣਾ ਤੇ ਬੋਲਣਾ ਦੋਹਾਂ ਨਾਲ ਚੱਲਦੇ ਨੇ, ਕਿਉਂਕਿ ਦੋਨੋਂ ਲਿਖਣਾ ਔਰ ਬੋਲਣਾ, ਰਾਈਟਿੰਗ ਐਂਡ ਸਪੀਕਿੰਗ ਇੰਟਰ ਰਿਲੇਟਿਡ ਕਿਰਿਆਵਾਂ ਨੇ, ਅੰਤਰ ਸੰਬੰਧੀ ਕਿਰਿਆਵਾਂ ਨੇ। ਦੋਨਾਂ ਦਾ ਸੁਮੇਲ ਕਰਦਿਆਂ ਹੋਇਆ, ਦੋਨਾਂ ਦਾ ਸਹੀ ਪ੍ਰਯੋਗ ਕਰਦਿਆਂ ਸਾਨੂੰ ਲਿਖਣ ਤੇ ਬੋਲਣ ਇੱਕੋ ਸਮੇਂ ਜਿਹੜਾ ਨਾ ਬੱਚਿਆਂ ਨੂੰ ਕਰਾਉਣਾ ਚਾਹੀਦਾ ਹੈ, ਜਿਸ ਨਾਲ ਲਿਪੀ ਸੰਬੰਧੀ ਦੋਸ਼ ਦੂਰ ਹੁੰਦੇ ਹੈ, ਉਚਾਰਨ ਸੰਬੰਧੀ ਦੋਸ਼ ਦੂਰ ਹੁੰਦੇ ਹੈ, ਸ਼ਬਦ ਜੋੜਾਂ ਦੇ ਦੋਸ਼ ਦੂਰ ਹੁੰਦੇ ਹੈ ਔਰ ਬੱਚਾ ਭਾਸ਼ਾ ਦੇ ਅਧਿਆਪਨ ਤੋਂ ਸ਼ੁੱਧ ਭਾਸ਼ਾ ਸਿੱਖ ਕੇ ਭਾਸ਼ਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਇਸ ਕਰਕੇ ਮੇਰੀ ਆਪ ਸਭ ਅਧਿਆਪਕ ਸਿੱਖਿਆਰਥੀਆਂ ਨੂੰ ਇਹ ਬੇਨਤੀ ਹੈ ਜੋ ਇਸ ਦੀ ਤਿਆਰੀ ਕਰ ਰਹੇ ਨੇ, ਇਹ ਸਿਰਫ ਲੈਸਨ ਪਲਾਨ ਨਹੀਂ ਹੈ, ਇਹ ਤੁਹਾਡੀ ਜ਼ਿੰਦਗੀ ਦੀ ਤਿਆਰੀ ਹੈ। ਕਿਉਂਕਿ ਤੁਸੀਂ ਟੀਚਰ ਬਣਨਾ ਹੈ ਤੇ ਇਸ ਪ੍ਰਕਿਰਿਆ ਵਿੱਚ ਤੁਸੀਂ ਉਹ ਸਾਰੇ ਗੁਣ ਧਾਰਨ ਕਰਨੇ ਨੇ ਜੋ ਇੱਕ ਸਫਲ ਭਾਸ਼ਾ ਪੰਜਾਬੀ ਦੇ ਅਧਿਆਪਨ ਲਈ ਬਹੁਤ ਜ਼ਰੂਰੀ ਨੇ। ਕਿਉਂਕਿ ਜੇ ਤੁਸੀਂ ਜਮਾਤ ਵਿੱਚ ਜਾਓਗੇ, ਇੱਕ ਬੱਚਾ ਘੱਟ ਸੁਣਨ ਵਾਲਾ ਵੀ ਉੱਥੇ, ਇੱਕ ਬਹੁਤ ਉੱਚਾ ਬੋਲਣ ਵਾਲਾ ਵੀ ਹੈ, ਇੱਕ ਬਹੁਤ ਮੰਦਬੁੱਧੀ ਬੱਚਾ ਵੀ, ਬਹੁਤ ਸ਼ਾਰਪ ਇੱਕ ਤੇਜ਼ ਬੁੱਧੀ ਵਾਲਾ ਬੱਚਾ ਵੀ ਹੈ। ਅਸੀਂ ਇਹਨਾਂ ਸਾਰੇ ਸਿਧਾਂਤਾਂ ਨੂੰ ਆਧਾਰ ਕਰਕੇ ਉਹਨਾਂ ਸਭ ਦੇ ਸੁਮੇਲ ਰਾਹੀਂ ਆਪਣੇ ਉਹ ਜੋ ਅਧਿਆਪਨ ਦਾ ਕਾਰਜ ਹੈ, ਜੋ ਲਰਨਿੰਗ ਤੇ ਟੀਚਿੰਗ ਪ੍ਰੋਸੈਸ ਹੈ, ਉਸ ਨੂੰ ਸਫਲ ਬਣਾਉਣਾ ਹੈ। ਮੇਰੀਆਂ ਸ਼ੁਭਕਾਮਨਾ ਆਪ ਦੇ ਸਾਥ ਨੇ। ਇਸ ਦੇ ਨਾਲ ਅਗਲੀ ਵੀਡੀਓ 'ਚ ਅਸੀਂ ਹੋਰ ਨਵੇਂ ਵਿਸ਼ੇ ਲੈ ਕੇ ਪੈਡਾਗੋਜੀ ਬਾਰੇ ਤੁਹਾਡੇ ਨਾਲ ਸਨਮੁਖ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।